तरीके नाल तुसीं एनीमल केयर कीती है, जिस तरीके नाल तुसीं बच्चों की अडॉप्शन की है, तुसीं हुण ये समा हैगा हुण बूटियां की अडॉप्शन का। ਇੱਥੇ ਅਸੀਂ ਇਹ ਕਹਿੰਦੇ ਆ ਕਿ ਜਿਹੜੇ ਬੂਟੇ ਤੁਸੀਂ ਸੁੱਟ ਦਿੰਦੇ ਹੋ ਉਹਨਾਂ ਨੂੰ ਕਿਰਪਾ ਕਰਕੇ ਤੁਸੀਂ ਲਿਫਾਫੇ 'ਚ ਪਾ ਕੇ ਸਾਨੂੰ ਦੇ ਦਿਓ। ਜਨਰਲੀ ਇਹਦੇ 'ਚ ਉਮੀਦ ਇਹ ਕੀਤੀ ਜਾਂਦੀ ਕਿ ਤੁਸੀਂ ਇੱਕ ਬੂਟਾ ਦਿਓ, ਇੱਕ ਬੂਟਾ ਲਓ, ਬਟ ਇੱਥੇ ਇੱਦਾਂ ਦਾ ਕੋਈ ਕੰਡੀਸ਼ਨ ਨਹੀਂ ਹੈ। ਸੋ ਤੁਸੀਂ ਅਗਰ ਪਲਾਂਟਸ ਨਹੀਂ ਲਾਉਂਦੇ ਤੁਸੀਂ ਫ੍ਰੀ ਪਲਾਂਟਸ ਜਿੰਨੇ ਮਰਜ਼ੀ ਲਿਆ ਸਕਦੇ ਹੋ। ਜਿਹੜਾ ਬੇਸਿਕਲੀ ਸਨੇਕ ਪਲਾਂਟ ਹੈ ਉਹਦਾ ਕਨਸੈਪਟ ਹੀ ਇਹ ਹੈ ਕਿ ਇਹ ਤੁਹਾਡਾ ਜਿਹੜਾ ਘਰ ਦਾ ਵਾਤਾਵਰਨ ਆ ਉਹਨੂੰ ਸ਼ੁੱਧ ਰੱਖਦਾ ਹੈ, ਉਹਨੂੰ ਸਾਫ਼ ਰੱਖਦਾ ਹੈ। ਜਿਹੜੀਆਂ ਨੈਚੁਰਲ ਚੀਜ਼ਾਂ ਇਹਨਾਂ ਦਾ ਟੱਚ, ਇਹਨਾਂ ਦਾ ਗਲਿੰਪਸ, ਇਹਨਾਂ ਦਾ ਵਿਜ਼ਨ ਇਹ ਆਪਣੇ ਆਪ 'ਚ ਹੀ ਸੂਦਿੰਗ ਆ। ਤੁਸੀਂ ਇੱਕ ਪਲਾਂਟ ਲਾ ਕੇ ਵੇਖੋ, ਅਡਾਪਟ ਕਰਕੇ ਵੇਖੋ, ਉਹਦੇ ਰੋਜ਼ ਨਰੋਏ ਪੱਤੇ ਤੁਹਾਨੂੰ ਖੁਸ਼ੀ ਦੇਣਗੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ। ਮੇਰਾ ਨਾਮ ਜਤਿੰਦਰ ਸਿੰਘ ਖਹਿਰਾ। ਕਰੋਨਾ ਨੇ ਬਹੁਤ ਕੁਝ ਸਿਖਾ ਦਿੱਤਾ ਔਰ ਇਹ ਵੀ ਸਿਖਾ ਦਿੱਤਾ ਕਿ ਕੁਦਰਤ ਜਿਹੜੀ ਹੈ ਉਹ ਸਭ ਤੋਂ ਉੱਪਰ ਹੈ ਤੇ ਬੇਅੰਤ ਹੈ, ਤੇ ਲੋਕ ਉਪਰਾਲੇ ਵੀ ਕਰਨੇ ਸ਼ੁਰੂ ਹੋ ਗਏ ਨੇ। ਬਹੁਤ ਸਾਰੇ ਲੋਕ ਸਾਦੇ ਵਿਆਹ ਕਰਨੇ ਸ਼ੁਰੂ ਕਰ ਦਿੱਤੇ ਨੇ, ਬਿਨਾਂ ਲੈਣ ਦੇਣ ਤੋਂ ਸਕੀਰੀਆਂ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਨੇ। ਇਹਨਾਂ ਸਭ ਦੇ ਕੁਝ ਜਿਹੜੇ ਵਿੱਚ ਕਹਿ ਲਈਏ ਕਿ ਇਹ ਗੱਲ ਵੀ ਹੈ ਕਿ ਵਾਤਾਵਰਨ ਨੂੰ ਸੰਭਾਲਣ ਲਈ ਵੀ ਕੁਝ ਲੋਕ ਲੱਗੇ ਨੇ। ਚੰਗੇ ਲੋਕ ਜਿਹੜੇ ਸਮਝਦੇ ਨੇ ਕਿ ਕੁਦਰਤ ਜਿਹੜੀ ਹੈ ਉਹੀ ਸਭ ਕੁਝ ਹੈ, ਔਰ ਜੇ ਆਪਣੇ ਬੱਚਿਆਂ ਲਈ ਕੁਝ ਛੱਡਣਾ ਹੈ ਤਾਂ ਕੁਦਰਤ ਦੀ ਸਾਂਭ ਸੰਭਾਲ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਇਸ ਟਾਈਮ ਮੈਂ ਜਲੰਧਰ ਦੇ ਡਿਫੈਂਸ ਕਲੋਨੀ ਦੇ ਵਿੱਚ ਖੜਾ ਹਾਂ। ਇੱਥੇ ਇਮੀਗ੍ਰੇਸ਼ਨ ਦਾ ਕੰਮ ਕਰ ਰਹੇ ਨੇ ਪਿਛਲੇ 21 ਸਾਲ ਤੋਂ ਅਰਵਿੰਦਰਪਾਲ ਸਿੰਘ ਜੀ, ਪਰ ਕਰੋਨਾ ਤੋਂ ਬਾਅਦ ਨਾਲ ਉਹਨਾਂ ਨੇ ਇੱਕ ਅਨੋਖੀ ਸੇਵਾ ਸ਼ੁਰੂ ਕਰ ਲਈ ਹੈ। ਪਿੱਛੇ ਮੇਰੇ ਤੁਸੀਂ ਦੇਖ ਰਹੇ ਹੋਵੋਗੇ ਗਾਰਡਨ ਹੈ, ਔਰ ਇੱਥੇ ਉਹ ਅਲੱਗ-ਅਲੱਗ ਤਰੀਕੇ ਦੇ ਬੂਟੇ ਲਿਆ ਕੇ ਲੋਕਾਂ ਨੂੰ ਇਹ ਸਿਖਾ ਰਹੇ ਨੇ ਕਿ ਜੇ ਤੁਹਾਡੇ ਗਾਰਡਨ ਦੇ ਵਿੱਚ ਇੱਕੋ ਹੀ ਤਰ੍ਹਾਂ ਦੇ 5-6 ਬੂਟੇ ਆਪ ਮੁਹਾਰੇ ਉੱਗੇ ਨੇ ਤਾਂ ਉਹਨਾਂ ਵਿੱਚੋਂ ਤੁਸੀਂ 2-3 ਸਾਨੂੰ ਦੇ ਦਿਓ ਤੇ ਸਾਡੇ ਕੋਲੇ ਨਵੇਂ ਬੂਟੇ ਲੈ ਲਓ, ਯਾਨੀ ਕਿ ਬੂਟਿਆਂ ਦੀ ਅਦਲਾ ਬਦਲੀ। ਤੇ ਜੇ ਕੋਈ ਇਹਨਾਂ ਕੋਲੇ ਉੱਦਾਂ ਬੂਟੇ ਲੈਣ ਆਉਂਦਾ ਤੇ ਇਹ ਉਹ ਵੀ ਦਿੰਦੇ ਨੇ। ਪਿੱਛੇ ਕਹਾਣੀ ਕੀ ਹੈ, ਕਿਉਂ ਇਹ ਸਭ ਕੁਝ ਸ਼ੁਰੂ ਕੀਤਾ, ਤੇ ਚੱਲਦੇ ਹਾਂ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਅਸੀਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਿੰਘ ਸਰ। ਅੱਛਾ, ਬੜੀ ਸੋਹਣੀ ਸੋਚ ਆ। ਪਹਿਲਾਂ ਤੇ ਇਹ ਸੋਚ ਜਿਹੜੀ ਹੈ ਇਹਨੂੰ ਹੀ ਸਲਾਮ ਆ। ਇਹ ਸ਼ੁਰੂ ਕਿੱਦਾਂ ਕੀਤੀ? ਬੇਸਿਕਲੀ ਪੰਜਾਬ ਹੈ, ਖੇਤੀਬਾੜੀ ਨਾਲ ਤਕਰੀਬਨ ਸਭ ਦਾ ਕਿਤੇ ਨਾ ਕਿਤੇ ਪਿਛੋਕੜ ਜੁੜਿਆ ਰਿਹਾ। ਓਬਵੀਅਸਲੀ ਕੰਮਾਂ-ਕਾਰਾਂ ਸਿਲਸਿਲੇ 'ਚ ਸਿਟੀਜ਼ ਦੇ ਵਿੱਚ ਆ ਗਏ ਆ, ਅਤੇ ਤੁਸੀਂ ਦਾ ਵੇ ਯੂ ਗਰੋ ਅਪ ਉਹ ਕਦੀ ਵਾਪਸ ਤੁਹਾਡੇ ਚੋਂ ਜ਼ਹਿਨ 'ਚੋਂ ਜਾਂਦਾ ਨਹੀਂ ਹੁੰਦਾ। ਅਤੇ ਉਹ ਹੁਣ ਵੀ ਜਦੋਂ ਦੇਖਿਆ ਕਿ ਬੂਟਿਆਂ ਦੀ ਬਹੁਤ ਜ਼ਿਆਦਾ ਲੋੜ ਆ, ਅਤੇ ਇੱਕਦਮ ਮਨ 'ਚ ਖਿਆਲ ਆਇਆ ਕਿ ਕੁਛ ਇੱਦਾਂ ਦਾ ਕੰਸੈਪਟ ਸ਼ੁਰੂ ਕੀਤਾ ਜਾਵੇ ਕਿ ਜਿਹੜਾ ਇੱਕ ਤਰੀਕੇ ਨਾਲ ਲਗਾਤਾਰ ਚੱਲਦਾ ਰਹੇ ਔਰ ਇੱਕ ਦਿਨ ਦਾ ਮੁਹਤਾਜ ਨਾ ਹੋਵੇ, ਕਿਤੇ ਵਾਤਾਵਰਨ ਦਿਵਸ ਦੇ ਰੂਪ 'ਚ ਇੱਕ ਬੂਟਾ ਲਾ ਕੇ ਖ਼ਤਮ ਨਾ ਹੋ ਜਾਵੇ, ਇਹ ਕੈਰੀ ਔਨ ਹੁੰਦਾ ਰਹੇ। ਔਰ ਇਹੀ ਸੋਚ ਕਰਕੇ ਅਸੀਂ ਸਵੈਪਿੰਗ ਦੇ ਨਾਲ ਫ੍ਰੀ ਪਲਾਂਟਸ ਬੇਸਿਕਲੀ ਇਸ ਕੰਸੈਪਟ ਨੂੰ ਇੱਥੇ ਸ਼ੁਰੂ ਕੀਤਾ ਆ। ਉਮੀਦ ਕਰਦੇ ਹਾਂ ਆਉਣ ਵਾਲੇ ਸਮੇਂ 'ਚ ਚੰਗਾ ਰਹੇਗਾ ਜੀ। ਅੱਛਾ, ਜਦੋਂ ਸਵੈਪਿੰਗ ਦੀ ਗੱਲ ਕਰਦੇ ਹਾਂ ਤਾਂ ਬੜਾ ਮਾਡਰਨ ਜਿਹਾ ਕਨਸੈਪਟ ਆ। ਇੱਦਾਂ ਲੱਗਦਾ ਕਿ ਸਾਡੇ ਇੱਥੇ ਸਵੈਪਿੰਗ ਘੱਟ ਹੁੰਦੀ ਹੈ ਅਤੇ ਲੋਕ ਲੈ ਕੇ ਉੱਦਾਂ ਚਲੇ ਜਾਂਦੇ। ਤੁਹਾਡੇ ਨਾਲ ਵੀ ਇੱਦਾਂ ਹੋ ਰਿਹਾ ਕੁਝ? ਬੇਸਿਕਲੀ ਆਪਾਂ ਇਸ ਚੀਜ਼ ਨੂੰ ਹਾਲੇ ਮਾਈਂਡ ਨਹੀਂ ਕਰਦੇ, ਕਿਉਂਕਿ ਅਸਲ 'ਚ ਅਸੀਂ ਚਾਹੁੰਦੇ ਇਹ ਆ ਕਿ ਅਗਰ ਇਹਨੂੰ ਲੰਬਾ ਚਲਾਉਣਾ ਆ, ਅਗਰ ਅਸੀਂ ਚਾਹੁੰਦੇ ਕਿ ਇਹ ਲਗਾਤਾਰ ਚੱਲਦਾ ਰਹੇ ਰਾਦਰ ਦੈਨ ਠੀਕ ਅਸੀਂ ਨਰਸਰੀਜ਼ 'ਚੋਂ ਬੂਟੇ ਲੈ ਕੇ ਆਉਂਦੇ ਹਾਂ, ਗ੍ਰਾਫਟਡ ਪਲਾਂਟਸ ਲੈ ਕੇ ਆਉਂਦੇ ਹਾਂ। ਕੁਛ ਚੀਜ਼ਾਂ ਜਿਹੜੀਆਂ ਨਹੀਂ ਗਰੋ ਹੋ ਸਕਦੀਆਂ ਉਹ ਨਰਸਰੀ 'ਚੋਂ ਆਉਂਦੀਆਂ ਨੇ, ਬਟ ਜਿਹੜੀਆਂ ਆਮ ਸਾਡੇ ਰੂਟੀਨ ਦੇ ਬੂਟੇ ਨੇ ਛੋਟੇ ਮੋਟੇ, ਜਾਂ ਜਿਹੜੇ ਅਸੀਂ ਆਦਤ ਪਾਉਣੀ ਕਿਸੇ ਨੂੰ ਨਵੇਂ ਬੂਟਿਆਂ ਨੂੰ ਸੰਭਾਲ ਕਰਨ ਦੀ, ਉਹ ਬੇਸਿਕਲੀ ਅਸੀਂ ਸਵੈਪਿੰਗ ਦੇ ਨਾਲ ਸ਼ੁਰੂ ਕਰਨਾ ਚਾਹੁੰਦੇ ਹਾਂ। ਸੋ ਇਹਦੇ 'ਚ ਅਸੀਂ ਇੱਕੋ ਇੱਕ ਅਪੀਲ ਕਰਦੇ ਹਾਂ ਕਿ ਤੁਹਾਡੇ ਆਮ ਘਰਾਂ ਦੇ ਵਿੱਚ ਤੁਸੀਂ ਅਗਰ ਕੋਈ ਪਲਾਂਟ ਲਾਇਆ ਹੋਇਆ, ਗਮਲੇ 'ਚ ਵੀ ਲਾਇਆ ਹੋਇਆ, ਤਾਂ ਤੁਸੀਂ ਵੇਖੋਗੇ ਸਾਲ 2 ਸਾਲ ਦੇ ਵਿੱਚ ਉਹਦੇ ਥੱਲੇ ਨਾ ਇੱਕ ਮਸ਼ਰੂਮ ਗਰੋਥ ਹੋ ਜਾਂਦੀ ਹੈ। ਸੋ ਇੱਕ ਬੂਟੇ ਦੇ 10-15-20 ਬੂਟੇ ਇੱਦਾਂ ਗਰੋ ਕਰ ਜਾਂਦੇ ਆ। ਸੋ ਫਿਰ ਅਸੀਂ ਜਨਰਲੀ ਜਿਹੜੇ ਘਰਾਂ 'ਚ ਮਾਲੀ ਆ, ਤਾਂ ਮਾਲੀ ਨੂੰ ਕਹਿੰਦੇ ਕਿ ਥੋੜ੍ਹਾ ਚੰਗਾ ਨਹੀਂ ਦਿਸ ਰਿਹਾ, ਤਾਂ ਮਾਲੀ ਕੀ ਕਰਦਾ, ਉਹ 9-10 ਬੂਟੇ ਕੱਢ ਕੇ ਸੁੱਟ ਦਿੰਦਾ ਆ। ਸੋ ਇੱਥੇ ਅਸੀਂ ਇਹ ਕਹਿੰਦੇ ਆ ਕਿ ਜਿਹੜੇ ਬੂਟੇ ਤੁਸੀਂ ਸੁੱਟ ਦਿੰਦੇ ਹੋ ਉਹਨਾਂ ਨੂੰ ਕਿਰਪਾ ਕਰਕੇ ਤੁਸੀਂ ਲਿਫਾਫੇ 'ਚ ਪਾ ਕੇ ਸਾਨੂੰ ਦੇ ਦਿਓ, ਤਾਂ ਕਿ ਉਹ ਅਗੇਨ, ਕਿਉਂਕਿ ਕਿਸੇ ਦਿਨ ਤੁਹਾਨੂੰ ਇਹ ਪਲਾਂਟ ਬਹੁਤ ਸੋਹਣਾ ਲੱਗਾ ਸੀ ਅਤੇ ਤੁਸੀਂ ਉਹਨੂੰ ਆਪਣੇ ਪਰਿਵਾਰ ਦਾ ਹਿੱਸਾ ਬਣਾਇਆ ਸੀ, ਔਰ ਅੱਜ ਜੇ ਤੁਸੀਂ ਉਹਨੂੰ ਸੁੱਟ ਰਹੇ ਹੋ, ਇਹ ਕਿਸੇ ਹੋਰ ਪਰਿਵਾਰ ਦੇ ਵਿੱਚ ਇੱਕ ਜਿਵੇਂ ਚਾਈਲਡ ਅਡਾਪਸ਼ਨ ਆ, ਇਹ ਇਸ ਤਰੀਕੇ ਨਾਲ ਉਸੇ ਕੰਸੈਪਟ ਨਾਲ ਇਹ ਬੂਟਾ ਟਰਾਂਸਫਰ ਦੂਸਰੇ ਪਲਾਂਟ ਕਿਸੇ ਘਰ ਵਿੱਚ ਹੋ ਜਾਵੇ। ਸੋ ਸਵੈਪਿੰਗ ਦੇ ਵਿੱਚ ਇਹ ਕੋਈ ਫਾਰਮੈਲਿਟੀ ਨਹੀਂ ਆ, ਬਿਕੋਜ਼ ਜਨਰਲੀ ਇਹਦੇ 'ਚ ਉਮੀਦ ਇਹ ਕੀਤੀ ਜਾਂਦੀ ਕਿ ਤੁਸੀਂ ਇੱਕ ਬੂਟਾ ਦਿਓ, ਇੱਕ ਬੂਟਾ ਲਓ, ਬਟ ਇੱਥੇ ਇੱਦਾਂ ਦਾ ਕੋਈ ਕੰਡੀਸ਼ਨ ਨਹੀਂ ਹੈ।
ਸੋ ਤੁਸੀਂ ਅਗਰ ਪਲਾਂਟਸ ਨਹੀਂ ਲਾਉਂਦੇ ਤੁਸੀਂ ਫ੍ਰੀ ਪਲਾਂਟਸ ਜਿੰਨੇ ਮਰਜ਼ੀ ਲਿਆ ਸਕਦੇ ਹੋ। ਸੋ ਸਵੈਪਿੰਗ ਕਰਨਾ ਚਾਹੁੰਦੇ ਹੋ ਤੁਸੀਂ, ਸਿਰਫ ਇੰਨੀ ਬੇਨਤੀ ਹੈ ਕਿ ਤੁਸੀਂ ਜਿਹੜੇ ਬੂਟੇ ਤੁਸੀਂ ਲਿਆ ਕੇ ਦੇ ਸਕਦੇ ਹੋ ਉਹ ਤੁਸੀਂ ਦਿਓ, ਔਰ ਇੱਥੋਂ ਆਪਣੀ ਮਰਜ਼ੀ ਦੇ ਜਿੰਨੇ ਬੂਟੇ ਲਿਆਉਣੇ ਚਾਹੁੰਦੇ ਹੋ ਲੈ ਜਾਓ। ਅੱਛਾ, ਦੂਸਰੇ ਸ਼ਬਦਾਂ 'ਚ ਮੈਂ ਇਹ ਕਹਿਣਾ ਕਿ ਤੁਸੀਂ ਜਿਹੜੇ ਬੂਟੇ ਆ ਉਹਨਾਂ ਦਾ ਅਡਾਪਸ਼ਨ ਕਰ ਰਹੇ ਹੋ ਇੱਥੇ। ਬੇਸਿਕਲੀ ਅਸੀਂ ਅਡਾਪਟ ਲੋਕਾਂ ਨੂੰ ਕਰਵਾ ਰਹੇ ਹਾਂ। ਅਸੀਂ ਇਹ ਚਾਹੁੰਦੇ ਹਾਂ ਕਿ ਯੈਸ, ਜਿਸ ਤਰੀਕੇ ਨਾਲ ਤੁਸੀਂ ਐਨੀਮਲ ਕੇਅਰ ਕੀਤੀ ਹੈ, ਜਿਸ ਤਰੀਕੇ ਨਾਲ ਤੁਸੀਂ ਬੱਚਿਆਂ ਦੀ ਅਡਾਪਸ਼ਨ ਕੀਤੀ ਹੈ, ਤੁਸੀਂ ਹੁਣ ਇਹ ਸਮਾਂ ਹੈਗਾ ਹੁਣ ਬੂਟਿਆਂ ਦੀ ਅਡਾਪਸ਼ਨ ਦਾ, ਕਿ ਅਗਰ ਤੇ ਤੁਹਾਨੂੰ ਨੇਚਰ ਦਾ ਸਾਂਭ ਸੰਭਾਲ ਦਾ ਬੂਟਿਆਂ ਦਾ ਸ਼ੌਂਕ ਆ ਤਾਂ ਫਿਰ ਤਾਂ ਠੀਕ ਹੈ ਕਿ ਤੁਸੀਂ ਕੁਛ ਨਾ ਕੁਛ ਕਰ ਰਹੇ ਹੋ। ਬਟ ਅਗਰ ਨਹੀਂ ਵੀ ਕਰ ਰਹੇ ਤੁਸੀਂ ਇੱਕ ਪਲਾਂਟ ਲਾ ਕੇ ਵੇਖੋ, ਅਡਾਪਟ ਕਰਕੇ ਵੇਖੋ, ਉਹਦੇ ਰੋਜ਼ ਨਰੋਏ ਪੱਤੇ ਤੁਹਾਨੂੰ ਖੁਸ਼ੀ ਦੇਣਗੇ। ਉਹਦੇ 'ਚ ਇੱਕ ਜਿਹੜਾ ਅਗਰ ਫੁੱਲ ਖਿੜਦਾ ਆ ਤੁਹਾਨੂੰ ਉਹ ਖੁਸ਼ੀ ਦਾ ਅਹਿਸਾਸ ਕਰਾਏਗਾ। ਸੋ ਤੁਸੀਂ ਇਹ ਜ਼ਿੰਦਗੀ ਅਗਰ ਜੀਉ ਕੇ ਵੇਖੋਗੇ ਤੁਹਾਨੂੰ ਆਪਣੇ ਆਪ 'ਚ ਜਿਹਨੂੰ ਅਸੀਂ ਕਹਿੰਦੇ ਕੰਟੈਂਟਮੈਂਟ, ਉਹ ਤੁਹਾਨੂੰ ਆਪਣੇ ਆਪ ਪ੍ਰਾਪਤ ਹੋਣੀ ਸ਼ੁਰੂ ਹੋ ਜਾਏਗੀ। ਨਵੀਆਂ ਪਰੁੰਗਲਾਂ ਵਾਂਗੂ ਕਿ ਤੁਹਾਨੂੰ ਜਿਵੇਂ ਪਿੰਡਾਂ 'ਚ ਆਪਾਂ ਦੇਖਿਆ ਨਾ ਕਿ ਨਵੀਆਂ ਪਰੁੰਗਲਾਂ ਉੱਗਦੀਆਂ ਤੇ ਬੜੀਆਂ ਸੋਹਣੀਆਂ ਲੱਗਦੀਆਂ, ਨਰਮ ਨਰਮ ਜਿਹੀਆਂ। ਅੱਛਾ, ਮੈਂ ਦੇਖ ਰਿਹਾ ਸੀ ਇੱਥੇ ਬਹੁਤ ਸਾਰੇ ਬੂਟੇ ਤੁਸੀਂ ਰੱਖੇ ਹੋਏ ਆ, ਦੱਸ ਸਕਦੇ ਹੋ ਕਿਹੜੇ ਕਿਹੜੇ ਬੂਟੇ ਨੇ ਇਹ? ਇਹਦੇ 'ਚ ਬੇਸਿਕਲੀ ਸਾਡੇ ਕੋਲ ਗ੍ਰਾਫਟਡ ਮੈਂਗੋਜ਼ ਆ, ਜਿੱਦਾਂ ਇਹ ਕਿੰਨੂ ਨੇ, ਹੈ ਇਹ ਮਾਲਟੇ ਆ, ਇਹ ਬਾਰਾਮਾਸੀ ਨਿੰਬੂ ਨੇ, ਔਰ ਇਹ ਕੁੱਕੜ ਕਲਗੀ ਆ, ਇਹ ਬੇਸਿਕਲੀ ਇੱਕ ਕੈਕਟਸ ਪਲਾਂਟ ਹੈ। ਔਰ ਇਹਦੇ 'ਚ ਜਿਹੜਾ ਸਨੇਕ ਪਲਾਂਟ ਹੈ, ਸਨੇਕ ਪਲਾਂਟਸ ਦੀ ਅਗਰ ਅਸੀਂ ਸਿਟੀ ਦੀ ਗੱਲ ਕਰੀਏ ਸਭ ਤੋਂ ਵੱਧ ਡਿਮਾਂਡ ਇੱਥੇ ਸਨੇਕ ਪਲਾਂਟਸ ਦੀ ਆ। ਉਹਦਾ ਕਾਰਨ ਵੀ ਇਹ ਆ ਕਿ ਇੱਕ ਅਸੀਂ ਇਹਨੂੰ ਮੈਸੇਜ ਵੀ ਇਸੇ ਤਰੀਕੇ ਨਾਲ ਹੀ ਸ਼ੁਰੂ ਕੀਤਾ ਸੀ ਕਿ ਆਪਣੇ ਘਰਾਂ ਦੀ ਆਕਸੀਜਨ ਲੈਵਲ ਜਿਹੜਾ ਤੁਸੀਂ ਉਹ ਚੰਗਾ ਕਰੋ, ਔਰ ਜਿਹੜੀ ਤੁਹਾਡੇ ਘਰ ਦੀ ਆਕਸੀਜਨ ਉਹਨੂੰ ਸਾਫ਼ ਕਰੋ। ਸੋ ਜਿਹੜਾ ਬੇਸਿਕਲੀ ਸਨੇਕ ਪਲਾਂਟ ਹੈ ਉਹਦਾ ਕਨਸੈਪਟ ਹੀ ਇਹ ਹੈ ਕਿ ਇਹ ਤੁਹਾਡਾ ਜਿਹੜਾ ਘਰ ਦਾ ਵਾਤਾਵਰਨ ਆ ਉਹਨੂੰ ਸ਼ੁੱਧ ਰੱਖਦਾ ਹੈ, ਉਹਨੂੰ ਸਾਫ਼ ਰੱਖਦਾ ਹੈ। ਔਰ ਸਨੇਕ ਪਲਾਂਟ ਐਸਾ ਪਲਾਂਟ ਹੈ ਕਿ ਜਿਹੜਾ ਤੁਹਾਡੇ ਘਰ ਦੇ ਇੰਡੋਰ ਵਿੱਚ ਵੀ ਰਹਿ ਲੇਗਾ। ਅਗਰ ਤੁਸੀਂ ਇਹਨੂੰ 10 ਦਿਨ ਪਾਣੀ ਵੀ ਨਹੀਂ ਪਾਓਗੇ, ਅਗਰ ਤੁਸੀਂ 10 ਦਿਨ ਇਹਨੂੰ ਪਾਣੀ ਵੀ ਨਹੀਂ ਦਿਓਗੇ, ਇਹ ਤਾਂ ਵੀ ਜੀ ਲੇਗਾ। ਸੋ ਇਹਦੇ ਅਲੱਗ-ਅਲੱਗ ਤੁਸੀਂ ਅਗਰ ਗਮਲੇ 'ਚ ਵੇਖੋਗੇ ਬਹੁਤ ਸਾਰਾ ਝਾੜ ਇਹਦਾ ਉੱਗ ਜਾਂਦਾ। ਸੋ ਅਗਰ ਤੁਸੀਂ ਇਹਦਾ ਮਿਨੀਏਚਰ ਪਲਾਂਟਸ ਲਾਉਣਾ ਚਾਹੁੰਦੇ ਹੋ ਤੁਸੀਂ ਛੋਟੇ ਪੌਟਸ ਵਿੱਚ ਲਾ ਸਕਦੇ ਹੋ, ਸੋ ਵੱਡੇ ਗਮਲਿਆਂ 'ਚ ਲਾ ਸਕਦੇ ਹੋ, ਜ਼ਮੀਨ 'ਚ ਲਾ ਸਕਦੇ ਹੋ। ਬੇਸਿਕਲੀ ਇਹ ਪਲਾਂਟ ਅੱਜ ਕੱਲ੍ਹ ਜਿੱਦਾਂ ਦਾ ਮਾਹੌਲ ਹੈ, ਜਿੱਦਾਂ ਦਾ ਸਾਡਾ ਪੋਲਿਊਸ਼ਨ ਆ, ਜਿਸ ਤਰੀਕੇ ਦੀ ਸਾਨੂੰ ਇਸ ਟਾਈਮ ਹਵਾ ਦੀ ਲੋੜ ਹੈ, ਇਹ ਕੋਵਿਡ ਕਰਕੇ ਵੀ ਤੁਸੀਂ ਵੇਖਿਆ ਇਸ ਟਾਈਮ ਕਿੰਨੇ ਤੁਸੀਂ ਵੇਖੇ ਆ ਜਿਹੜੇ ਏਅਰ ਪਿਊਰੀਫਾਇਰ ਵਿਕੇ ਆ, ਔਰ ਹਵਾ ਦਾ ਆਕਸੀਜਨ ਦਾ ਬਹੁਤ ਵੱਡਾ ਜਿਹੜਾ ਰੌਲਾ ਰਿਹਾ ਸਾਰੇ ਸਮੇਂ ਦੇ ਦੌਰਾਨ। ਸੋ ਇਹ ਪਲਾਂਟਸ ਬੇਸਿਕਲੀ ਨੈਚੁਰਲ ਏਅਰ ਪਿਊਰੀਫਾਇਰ ਨੇ, ਉਹ ਤੁਹਾਡੇ ਘਰ ਦੀ, ਤੁਹਾਡੇ ਦਫ਼ਤਰਾਂ ਦੀ ਇਹ ਹਵਾ ਬਿਲਕੁਲ ਸਾਫ਼ ਕਰੇਗਾ। ਸੋ ਕਿਤੇ ਨਾ ਕਿਤੇ ਆਪਾਂ ਜੇ ਕਹਿ ਲਈਏ ਕਿ ਸਾਨੂੰ ਜੇ ਪੂਰੀ ਜ਼ਿੰਦਗੀ ਚੰਗੀ ਹਵਾ ਚਾਹੀਦੀ ਆ ਤੇ ਇਹ ਪਲਾਂਟ ਸਾਰੇ ਕੰਮ ਆਉਣਗੇ। ਅੱਛਾ, ਜਦੋਂ ਆਪਾਂ ਗੱਲ ਕਰਦੇ ਟੀਮ ਦੀ, ਜੋ ਤੁਸੀਂ ਕਹਿੰਦੇ ਅਡਾਪਸ਼ਨ ਦੀ, ਜਿਵੇਂ ਤੁਸੀਂ ਕਹਿੰਦੇ ਕਿ ਸਾਨੂੰ ਹੁਣ ਕਿਉਂਕਿ ਹਲੇ ਇੰਨਾ ਸ਼ੁਰੂ ਨਹੀਂ ਹੋਇਆ, ਸ਼ਹਿਰ 'ਚ ਤੁਸੀਂ ਸ਼ੁਰੂਆਤ ਕੀਤੀ ਆ, ਫਿਰ ਬਾਅਦ ਵਿੱਚ ਹੌਲੀ ਹੌਲੀ ਤੁਹਾਨੂੰ ਬਹੁਤ ਸਾਰੇ ਲੋਕਾਂ ਤੋਂ ਇਹ ਫੋਨ ਆਇਆ ਕਰਨਗੇ, ਫਿਰ ਕੋਈ ਟੀਮ ਵਧਾਉਣ ਦਾ ਵੀ ਇਰਾਦਾ ਹੈ? ਓਬਵੀਅਸਲੀ ਦੇਖੋ, ਅਗਰ ਕੰਮਕਾਰ ਹੈ, ਅਗਰ ਤੁਸੀਂ ਕਿਸੇ ਚੀਜ਼ ਨੂੰ ਡੈਡੀਕੇਟਡ ਹੋ, ਕਮਿਟਡ ਹੋ, ਸੋ ਕਿਸੇ ਟਾਈਮ ਤੇ ਬੰਦਾ ਇਕੱਲਾ ਕਹਿੰਦਾ ਕਿ ਚੱਲ ਯਾਰ ਮੈਂ ਸ਼ਬੀਲ ਦਾ ਕੰਮ, ਲੰਗਰ ਦਾ ਕੰਮ ਮੈਂ ਇਕੱਲਾ ਸ਼ੁਰੂ ਕਰਦਾ, ਫਿਰ ਤੁਸੀਂ ਵੇਖਦੇ ਹੋ ਕਿ ਅਗਰ ਸਾਡੇ ਕੋਲ ਲੋਕ ਜ਼ਿਆਦਾ ਨੇ, ਸੋ ਓਬਵੀਅਸਲੀ ਉਹ ਨੀਡਸ ਨੂੰ ਪੂਰਾ ਕਰਨ ਲਈ ਉਨੇ ਹੀ ਹੱਥ ਵੱਧ ਜਾਂਦੇ ਆ। ਸੋ ਇਹ ਬਾਬੇ ਨਾਨਕ ਨੇ ਇੱਕ ਫਾਰਮੂਲਾ ਲਿਖਿਆ ਸੀ, ਤੁਹਾਨੂੰ ਇਹਦੇ ਲਈ ਬਹੁਤ ਜ਼ਿਆਦਾ ਫਿਕਰ ਕਰਨ ਦੀ ਲੋੜ ਨਹੀਂ ਹੈ। ਸੋ ਉਹ ਬਾਬੇ ਨਾਨਕ ਵਾਲਾ ਹੀ ਇੱਕ ਫਲਸਫਾ ਹੈ ਕਿ ਤੁਸੀਂ ਤੁਰੋਗੇ ਹੱਥ ਆਪਣੇ ਆਪ ਜੁੜਦੇ ਜਾਣਗੇ, ਔਰ ਕਿਸੇ ਕਿਸਮ ਦੀ ਘਾਟ ਨਹੀਂ ਰਹਿੰਦੀ ਫਿਰ। ਅੱਛਾ, ਤੇ ਜਦੋਂ ਘਰ ਦੀ ਸਪੋਰਟ ਦੀ ਗੱਲ ਕਹਿ ਲਈ ਨਾ, ਕਹਿੰਦੇ ਹੁੰਦੇ ਨਾ ਕਿ ਕਈ ਵਾਰੀ ਘਰੋਂ ਕਹਿੰਦੇ ਹੁੰਦੇ ਵੀ ਪਤਾ ਨਹੀਂ ਕਿਹੜੇ ਕੰਮ ਲੱਗ ਗਿਆ, ਘਰ 'ਚ ਕਿਹਦੀ ਸਪੋਰਟ ਹੈ? ਘਰ ਵਾਈਫ ਹੈ, ਬੱਚੇ ਆ, ਬੇਸਿਕਲੀ ਸਾਰਿਆਂ ਨੂੰ ਬਹੁਤ ਪਸੰਦ ਹੈ। ਔਰ ਕਿਉਂਕਿ ਇਹ 'ਚ ਤੁਹਾਨੂੰ ਕੋਈ ਸਪੈਸ਼ਲ ਲਾਈਕ ਤੁਹਾਨੂੰ ਇਹਦਾ ਪਸੰਦ ਕਰਨ ਲਈ ਕੋਈ ਨੇਚਰ ਹੋਣ ਦੀ ਲੋੜ ਨਹੀਂ, ਬਿਕੋਜ਼ ਇਹ ਕੁਦਰਤੀ ਆ। ਇਹ ਅਸੀਂ ਹੌਲੀ ਹੌਲੀ ਘਰਾਂ ਤੋਂ ਚੀਜ਼ਾਂ ਦੂਰ ਕਰਤੀਆਂ ਸੀ। ਸੋ ਅੱਜ ਵੀ ਤੁਹਾਡੇ ਸਾਹਮਣੇ ਚੀਜ਼ਾਂ ਆਉਣਗੇ, ਤੁਸੀਂ ਇਹਦਾ ਟੱਚ ਵੇਖੋਗੇ, ਇਹ ਟੱਚ ਤੁਹਾਨੂੰ ਮਜ਼ਾ ਦੇਵੇਗਾ। ਸੋ ਪਲਾਸਟਿਕ ਨੂੰ ਟੱਚ ਕਰੋਗੇ, ਉਹਦਾ ਟੱਚ ਅਲੱਗ ਹੋਏਗਾ। ਸੋ ਓਬਵੀਅਸਲੀ ਜਿਹੜੀਆਂ ਨੈਚੁਰਲ ਚੀਜ਼ਾਂ ਆ, ਇਹਨਾਂ ਦਾ ਟੱਚ, ਇਹਨਾਂ ਦਾ ਗਲਿੰਪਸ, ਇਹਨਾਂ ਦਾ ਵਿਜ਼ਨ, ਇਹ ਆਪਣੇ ਆਪ 'ਚ ਹੀ ਸੂਦਿੰਗ ਆ। ਸੋ ਤੁਸੀਂ ਵੇਖੋ ਅੱਜ ਕੱਲ੍ਹ ਤੁਸੀਂ ਆਰਟੀਫਿਸ਼ਲ ਲੋਕ ਘਾਹ ਲਾਈ ਜਾਣਗੇ ਸਿਰਫ ਇਸ ਕਰਕੇ ਕਿ ਅੱਖਾਂ ਨੂੰ ਚੰਗਾ ਲੱਗਦਾ ਹੈ, ਹਾਲਾਂਕਿ ਤੁਸੀਂ ਉਹਨੂੰ ਫੀਲ ਕਰੋਗੇ ਤਾਂ ਬਹੁਤ ਬੁਰਾ ਆ। ਡਸਟਿਕ ਜਿਹਾ ਹੁੰਦਾ। ਹਾਂ, ਔਰ ਫਿਰ ਉਹਦੇ ਡਸਟ ਕਦੀ ਨਿਕਲਣੀ ਨਹੀਂ। ਸੋ ਨੈਚੁਰਲ ਇਹ ਘਾਹ ਲੱਗਾ ਹੈ, ਇਹ ਆਪਣੇ ਆਪ ਨਰੋਆ ਹੋ ਜਾਣਾ ਹੈ। ਸੋ ਜਿਹੜੀ ਨੈਚੁਰਲ ਬਿਊਟੀ ਆ ਉਹ ਨੈਚੁਰਲੀ ਆ। ਸੋ ਇਸੇ ਕਰਕੇ ਮੇਰੇ ਘਰ 'ਚ ਸ਼ੁਰੂ ਚ ਵਾਈਫ ਨੂੰ ਲੱਗਦਾ ਹੁੰਦਾ ਸੀ, ਬਿਕੋਜ਼ ਮੇਰੇ ਘਰ ਅਗਰ ਤੁਸੀਂ ਵੇਖੋਗੇ ਤਾਂ ਉਹ ਤੀਸਰੀ ਮੰਜ਼ਿਲ ਤੱਕ ਜਿਹੜਾ ਨਾ ਉਹ ਮਤਲਬ ਪਲਾਂਟਸ ਹੀ ਪਲਾਂਟਸ ਹੈ, ਬੂਟੇ ਹੀ ਬੂਟੇ ਨੇ, ਜਾਂ ਇੱਕ ਹੀ ਬੂਟਾ ਇੰਨਾ ਭਰਿਆ ਹੋਇਆ ਸਵੇਰੇ ਟੋਕਰਾ ਭਰ ਕੇ ਫੁੱਲਾਂ ਦਾ ਨਿਕਲਦਾ ਆ। ਉਹ ਸ਼ੁਰੂ ਚ ਲੱਗਦਾ ਹੁੰਦਾ ਸੀ ਪ੍ਰੋਬਲਮ ਜੀ, ਬਟ ਹੁਣ ਸਭ ਦੀ ਜ਼ਿੰਦਗੀ ਦਾ ਹਿੱਸਾ ਆ। ਔਰ ਓਬਵੀਅਸਲੀ
ਅਗਰ ਤੁਹਾਡਾ ਕੰਪੈਨੀਅਨ, ਅਗਰ ਤੁਹਾਡਾ ਜੀਵਨ ਸਾਥੀ, ਅਗਰ ਉਹ ਵੀ ਤੁਹਾਡੇ ਕੰਮ ਦੇ ਵਿੱਚ ਨਾਲ ਕੰਟਰੀਬਿਊਟ ਕਰਦੇ ਤਾਂ ਉਂਝ ਹੀ ਇਹਦਾ ਮਜ਼ਾ ਆਉਂਦਾ ਹੈ। ਹੁਣ ਅਸੀਂ ਦੋਨੋਂ ਪਲਾਂਟਸ ਬਣਾ ਕੇ ਲਿਆਏ ਆ, ਆਪਣੀ ਖੁਦ ਦੀ ਅਸੀਂ ਇੱਕ ਛੋਟੀ ਜਿਹੀ ਨਰਸਰੀ ਗਰੋ ਕੀਤੀ ਹੋਈ ਆ, ਉੱਥੇ ਪਲਾਂਟੇਸ਼ਨਸ ਕੀਤੀ ਆ, ਉਹ ਤੋਂ ਹੱਥੀਂ ਬੂਟੇ ਬਣਾ ਕੇ ਲਿਆਉਣੇ ਆ, ਆਪ ਖੁਦ ਕੈਰੀ ਕਰਕੇ ਲਿਆਉਣੇ ਆ। ਤਾਂ ਆਬਵੀਅਸਲੀ ਜੇਕਰ ਸਾਥੀ ਸਾਥ ਦਿੰਦਾ ਹੈ ਤਾਂ ਹੀ ਚੀਜ਼ਾਂ ਪੋਸੀਬਲ ਆ, ਨਹੀਂ ਤਾਂ ਬੀਬੀਆਂ ਨੂੰ ਜਵਾਬ ਦੇਣਾ ਉਦਾਂ ਹੀ ਔਖਾ ਹੋ ਜਾਂਦਾ। ਅੱਛਾ, ਜਦੋਂ ਆਪਾਂ ਗੱਲ ਕਰਦੇ ਹਾਂ ਬੱਚਿਆਂ ਦੀ ਕਿ ਬੱਚਿਆਂ ਦੇ ਲਈ ਅਸੀਂ ਕਹਿੰਦੇ ਚੰਗਾ ਕੁਝ ਛੱਡਣਾ ਤੇ 4 ਰੁੱਖ ਲਾ ਲਓ, ਪਰ ਬੱਚਿਆਂ ਨੂੰ ਇਹਦੇ ਵਿੱਚ ਇਨਵੋਲਵ ਕਰਨਾ ਬਹੁਤ ਜ਼ਰੂਰੀ ਹੈ। ਤੇ ਬੱਚਿਆਂ ਦਾ ਤੁਹਾਡਾ ਕਿਵੇਂ ਸਾਥ ਹੈ? ਤੁਹਾਡੇ ਬੱਚੇ ਕਿਵੇਂ ਸਾਥ ਦੇ ਰਹੇ ਨੇ? ਖੈਰਾ ਸਾਹਿਬ ਬਹੁਤ ਇੰਜੋਏ ਕਰਦੇ ਨੇ ਬੱਚੇ। ਉਹ ਤਾਂ ਮਤਲਬ ਤੁਸੀਂ ਨਿਆਣੇ ਨੂੰ, ਜਾਨਵਰਾਂ ਨੂੰ ਅਸਲ ਮਿੱਟੀ ਨਾਲ ਬਹੁਤ ਲਗਾਵ ਹੁੰਦਾ। ਸੋ ਤੁਸੀਂ ਬਹੁਤ ਸਾਰੀਆਂ ਸਟੋਰੀਜ਼ ਹੋਣੀਆਂ, ਵੇਖੀਆਂ ਵੀ ਹੋਣਗੀਆਂ ਕਿ ਬੱਚਿਆਂ ਨੂੰ ਮਿੱਟੀ 'ਚ ਪਾਣੀ 'ਚ ਛਾਲਾਂ ਮਾਰ ਕੇ ਸਵਾਦ ਆਉਂਦਾ ਹੈ। ਪਰ ਇੱਕ ਚੀਜ਼ ਜਿਹੜੀ ਮੈਂ ਕਦੀ ਨਹੀਂ ਭੁੱਲਦਾ, ਤੁਸੀਂ ਆਪਣੀਆਂ ਜਿੱਦਾਂ ਮਰਜ਼ੀ ਕੋਈ ਆਦਮੀ ਹੋ ਜਾਵੇ, ਉਹ ਆਪਣੀ ਜੜ੍ਹਾਂ ਤੋਂ ਕਦੀ ਮਤਲਬ ਕਹੋਗੇ ਉੱਪਰ ਨਹੀਂ ਉੱਠ ਸਕਦਾ ਹੁੰਦਾ। ਸੋ ਔਰ ਉਹਨੂੰ ਵਾਪਸੀ ਖੁਸ਼ੀ ਹੁੰਦੀ ਆ ਕਿ ਜੇਕਰ ਉਹ ਉਹਨਾਂ ਜੜ੍ਹਾਂ 'ਚ ਹੀ ਵਾਪਸ ਆਵੇ। ਸੋ ਦ ਵੇ ਯੂ ਗਰੋ ਅਪ, ਇਹ ਤੁਹਾਡੇ ਮਨ 'ਚ ਹਮੇਸ਼ਾ ਰਹਿੰਦਾ ਆ। ਸੋ ਓਬਵੀਅਸਲੀ ਅਗਰ ਮੇਰੇ ਬੱਚੇ ਇਸੇ এনवायरमेंट 'ਚ ਕੈਰੀ ਔਨ ਵੱਡੇ ਹੋਣਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਇਹ ਤੋਂ ਕਦੀ ਪਰੇ ਜਾਣਗੇ, ਕਿਉਂਕਿ ਅਸੀਂ ਵੀ ਖੇਤੀਬਾੜੀ ਵਾਲੇ ਪਰਿਵਾਰਾਂ 'ਚੋਂ ਨਿਕਲੇ ਹਾਂ ਔਰ ਕਿਤੇ ਨਾ ਕਿਤੇ ਅਸੀਂ ਹੋਰਾਂ ਕੰਮਾਂ ਕਾਰਾਂ 'ਚ ਪੈ ਕੇ ਫਿਰ ਵਾਪਸੀ ਕਿਸੇ ਨਾ ਕਿਸੇ ਰੂਪ 'ਚ ਹੀ ਕਰ ਹੀ ਰਹੇ ਹਾਂ। ਸੋ ਬੈਕ ਟੂ ਬੇਸਿਕਸ, ਸੋ ਬੈਕ ਟੂ ਰੂਟਸ, ਉਹ ਕਿਤੇ ਨਾ ਕਿਤੇ ਘੁੰਮ ਕੇ ਆ ਹੀ ਜਾਣਾ ਹੈ। ਬੈਕ ਟੂ ਬੇਸਿਕ ਐਂਡ ਚੰਗਾ ਮਿਲਦਾ ਦਾ ਬੈਕ ਟੂ ਬੇਸਿਕ ਹੋਣ ਨੇ ਤੁਸੀਂ। ਅੱਛਾ, ਮੈਂ ਕੋਸ਼ਿਸ਼ ਕਰਾਂਗਾ ਕਿ ਤੁਹਾਨੂੰ ਇਹਨਾਂ ਦੇ ਘਰ ਦੀ ਵੀ ਜਿਹੜੀ ਹੈ ਨਾ ਫੁਟੇਜ ਉਹ ਜ਼ਰੂਰ ਦਿਖਾਵਾਂ। ਤੁਸੀਂ ਇਹਨਾਂ ਦਾ ਘਰ ਦੇਖੋ, ਤੁਹਾਨੂੰ ਇੱਦਾਂ ਲੱਗੂਗਾ ਕਿ ਤੁਸੀਂ ਕਿਸੇ ਕੁਦਰਤ ਦੇ ਆਸ਼ਿਆਨੇ 'ਤੇ ਬੈਠੇ ਆ, ਕੋਈ ਝਰਨਾ ਫੁੱਲਾਂ ਦਾ ਡਿੱਗ ਰਿਹਾ। ਸੋ ਅੱਛਾ, ਘਰ ਵੀ ਦਿਖਾਵਾਂਗੇ, ਪਰ ਇਹ ਵੀ ਗੱਲ ਹੈ ਨਾ ਕਿ ਕਿਤੇ ਨਾ ਕਿਤੇ ਜਦੋਂ ਅਸੀਂ ਕਹਿੰਦੇ ਆ ਕਿ ਹੁਣ ਲੋੜ ਆ ਸਮੇਂ ਦੀ, ਤਾਂ ਸਾਨੂੰ ਲੱਗਦਾ ਹੈ ਕਿ ਇਹ ਬਾਕੀਆਂ ਨੂੰ ਤੁਹਾਡੇ ਤੋਂ ਸਿੱਖਣ ਦੀ ਲੋੜ ਹੈ, ਜਾਂ ਤੁਹਾਨੂੰ ਕੀ ਕਹਿਣਾ ਚਾਹੋਗੇ ਜਿਹੜੇ ਦੇਖ ਰਹੇ ਨੇ ਤੁਹਾਨੂੰ? ਨਹੀਂ, ਐਡੀ ਹੈਸੀਅਤ ਕਿਸੇ ਦੀ ਨਹੀਂ ਕਿ ਆਪਾਂ ਕਿਸੇ ਨੂੰ ਕੋਈ ਸਿਖਾ ਸਕੀਏ। ਇਹ ਤਾਂ ਇੱਕ ਚੀਜ਼ ਆ ਕਿ ਤੁਹਾਨੂੰ ਕੁਝ ਚੀਜ਼ਾਂ ਨਾਲ ਆਨੰਦ ਦੇਣ ਲੱਗੀਆਂ, ਉਹ ਆਨੰਦ ਵੱਧਦਾ ਇੱਥੋਂ ਤੱਕ ਪਹੁੰਚ ਗਿਆ ਔਰ ਤੁਸੀਂ ਆਪਣਾ ਲੁਤਫ ਦੇ ਵਿੱਚ ਜ਼ਿੰਦਗੀ ਜੀ ਰਹੇ ਹੋ ਅਸਲ ਦੇ ਵਿੱਚ। ਹਾਂ, ਉਹ ਮੁੜ ਕੇ ਤੁਸੀਂ ਜੋਏ ਆਫ ਗਿਵਿੰਗ ਦੇ ਵਿੱਚ ਉਹ ਤਬਦੀਲ ਹੋ ਜਾਂਦਾ ਹੈ। ਬਟ ਓਬਵੀਅਸਲੀ ਕੁਦਰਤ ਨੂੰ ਪਿਆਰ ਕਰੋ, ਔਰ ਪਿਆਰ ਕਰਨ ਲਈ ਤੁਹਾਨੂੰ ਕੋਈ ਸਿੱਖਣ ਦੀ ਲੋੜ ਨਹੀਂ, ਤੁਹਾਨੂੰ ਕੋਈ ਸਮਝਣ ਦੀ ਲੋੜ ਨਹੀਂ, ਇਹ ਆਟੋਮੈਟਿਕ ਆ। ਤੁਸੀਂ ਅੱਜ ਵੀ ਕਿਤੇ ਜਾਂਦੇ ਹੋ, ਕੁਝ ਚੀਜ਼ਾਂ ਨੂੰ ਵੇਖਦੇ ਹੋ, ਤੁਹਾਨੂੰ ਕੁਦਰਤੀ ਜਿਹਨੂੰ ਕਹਿੰਦੇ ਵੀ ਆਨੰਦ ਦਾ ਅਨੁਭਵ ਹੁੰਦਾ ਹੈ। ਸੋ ਇਹ ਆਟੋਮੈਟਿਕਲੀ ਤੁਸੀਂ ਸਿਰਫ ਇੱਧਰ ਝਾਤੀ ਮਾਰਨੀ ਸ਼ੁਰੂ ਕਰਨੀ ਆ। ਬਾਕੀ ਚੀਜ਼ਾਂ ਦੀ ਸਕ੍ਰਿਪਟ ਪਰਮਾਤਮਾ ਨੇ ਪਹਿਲਾਂ ਹੀ ਲਿਖ ਕੇ ਭੇਜੀ ਹੋਈ ਆ। ਤੈਨੂੰ ਕੁਝ ਕਰਨਾ ਨਹੀਂ ਪੈਣਾ ਕਿ ਤੁਸੀਂ ਮੱਛੀਆਂ ਪਾਲਣੀਆਂ, ਨੂੰ ਆਹ ਕਰਨਾ, ਤੁਹਾਨੂੰ ਆਹ ਚਾਰਾ ਦੇਣਾ, ਤੂੰ ਇਦਾਂ ਗਰੋ ਕਰਨੀ ਹੈ। ਇੱਥੇ ਕੁਝ ਨਹੀਂ ਕਰਨਾ ਪੈਣਾ। ਬੂਟਾ ਲਾਓ, ਪਾਣੀ ਪਾਓ, ਭੁੱਲ ਜਾਓ, ਉਹਨੇ ਆਪਣੀ ਜੜ੍ਹਾਂ ਆਪੇ ਲੱਭ ਲੈਣੀਆਂ, ਆਪੇ ਗਰੋ ਕਰ ਜਾਣਾ, ਆਪੇ ਵੱਡਾ ਹੋ ਜਾਣਾ, ਆਪੇ ਗਾਂ ਉਹਦੀਆਂ ਬਰੀਡਿੰਗਸ ਤੁਰ ਪੈਣੀਆਂ। ਸੋ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ। ਇਹ ਕੁਦਰਤ ਦਾ ਸਿਰਫ ਇਹਨੂੰ ਜਗ੍ਹਾ ਚਾਹੀਦੀ ਹੈ। ਉਹ ਜਗ੍ਹਾ ਅਸੀਂ ਇਸ ਕੰਕਰੀਟ ਜੰਗਲਸ ਵਿੱਚ ਗਵਾਤੀ ਹੈ। ਉਹ ਜਗ੍ਹਾ ਦੀ ਵਾਪਸੀ ਦਾ ਇਹ ਟਾਈਮ ਹੈ ਹੁਣ। ਵਾਕਈ ਕਿਤੇ ਨਾ ਕਿਤੇ ਇਹ ਜਗ੍ਹਾ ਦੀ ਵਾਪਸੀ ਹੈ। ਰਵਿੰਦਰ ਜੀ, ਤੁਹਾਡਾ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਗੱਲ ਕੀਤੀ, ਔਰ ਇੱਕ ਵਾਰ ਫਿਰ ਤੋਂ ਤੁਹਾਨੂੰ ਮੁਬਾਰਕਬਾਦ, ਤੁਸੀਂ ਇੱਕ ਜਿਹੜਾ ਅਡਾਪਸ਼ਨ ਵਾਲਾ ਸਿਸਟਮ ਹੈ ਸ਼ੁਰੂ ਕੀਤਾ। ਬਸ ਉਮੀਦ ਕਰਦੇ ਹਾਂ ਖਹਿਰਾ ਸਾਹਿਬ ਕਿ ਇਹ ਸਵੈਪਿੰਗ ਵਾਲਾ ਜਿਹੜਾ ਸਾਡੇ ਜਿੰਨੇ ਵੀ ਦੋਸਤ ਸੱਜਣ ਮਿੱਤਰ ਨੇ ਅਗਰ ਵੇਖਦੇ ਨੇ, ਉਹ ਇਹਦੇ 'ਚ ਸ਼ਰੀਕ ਹੋਣ। ਸੋ ਤੁਸੀਂ ਆਪਣੇ ਘਰਾਂ ਦੇ ਜਿਹੜੇ ਤੁਹਾਨੂੰ ਲੱਗਦਾ ਕਿ ਵੇਸਟ ਪਲਾਂਟਸ ਨੇ, ਜਿਹੜੇ ਸੁੱਟਣ ਵਾਲੇ ਪਲਾਂਟਸ ਨੇ, ਉਹ ਤੁਸੀਂ ਬਦਲੋ। ਚਾਹੇ ਸਾਡੇ ਨਾਲ ਜ਼ਰੂਰੀ ਨਹੀਂ, ਆਂਢੀਆਂ ਗੁਆਂਢੀਆਂ ਨਾਲ ਬਦਲੋ। ਸੋ ਤੁਹਾਡੇ ਅਗਰ ਪੌਟ ਦੇ ਵਿੱਚ ਕੋਈ ਪਲਾਂਟ ਹੈ, ਉਹਨੂੰ ਲਾ ਕੇ ਭਾਵੇਂ ਮਿੱਟੀ ਦੇ ਵਿੱਚ ਕੱਲੀ ਮਿੱਟੀ ਲਿਫਾਫੇ 'ਚ ਪਾ ਕੇ ਗੁਆਂਢੀਆਂ ਨੂੰ ਦੇ ਦਿਓ ਕਿ ਯਾਰ ਤੁਹਾਡੇ ਲਾਉਣ ਦੀ ਲੋੜ ਤਾਂ ਨਹੀਂ ਹੈਗੀ। ਸੋ ਮੈਂ ਜਦੋਂ ਮੈਂ ਇੱਥੇ ਘਰ ਦੇ ਵਿੱਚ ਮੂਵ ਹੋਇਆ, ਮੇਰੇ ਆਸੇ-ਪਾਸੇ ਕਿਤੇ ਕੋਈ ਪਲਾਂਟ ਨਹੀਂ ਹੁੰਦੇ ਸੀ, ਔਰ ਹੁਣ ਤੁਸੀਂ ਵੇਖੋਗੇ ਆਸੇ-ਪਾਸੇ ਪੂਰੀ ਦੀ ਪੂਰੀ ਸਟਰੀਟ ਸਾਡੀ ਉਹ ਸਾਰੇ ਦੇ ਮਤਲਬ ਉਹ ਗ੍ਰੀਨਰੀ ਦਾ ਇਫੈਕਟ ਆ, ਔਰ ਸਾਰਿਆਂ ਨੇ ਹੌਲੀ-ਹੌਲੀ ਉਹਨੂੰ ਅਡਾਪਟ ਕਰ ਲਿਆ। ਔਰ ਮੇਰੇ ਕੋਲ ਵੀ ਕੋਈ ਪਲਾਂਟ ਹੁੰਦਾ ਸੀ, ਮੈਂ ਕਹਿੰਦਾ ਸੀ ਆ ਮੈਂ ਪਨੀਰੀ ਲਾਈ ਸੀ ਜੀ, ਆ ਪਪੀਤਿਆਂ ਦੀ ਜਾਂ ਕਿਸੇ ਪਲਾਂਟ ਦੀ, ਆ ਵੇਲ ਦੀ, ਸੋ ਇਹ ਮੈਂ ਤੁਹਾਡੇ ਇੱਥੇ ਲਾ ਦੇਵਾਂ। ਤੇ ਉਹ ਹੌਲੀ-ਹੌਲੀ ਉਹਨੂੰ ਅਸੈਪਟੈਂਸ ਮਿਲਦੀ ਗਈ, ਔਰ ਮੁੜ ਕੇ ਉਹਨੇ ਪਿਆਰ ਉਸ ਪਰਿਵਾਰ ਨਾਲ ਆਪੇ ਜਗਾ ਲਿਆ, ਤੇ ਉਹ ਗ੍ਰੀਨਰੀ ਨਾਲ ਪਿਆਰ ਆਪਣੇ ਆਪ ਵੱਧ ਗਿਆ। ਜ਼ਰੂਰੀ ਹੈ ਕਿ ਅੱਜ ਦੇ ਯੁੱਗ ਦੇ ਵਿੱਚ ਅਸੀਂ ਥੋੜ੍ਹਾ ਜਿਹਾ ਪਿਆਰ ਕੁਦਰਤ ਵੱਲ ਦਿਖਾਈਏ। ਤੁਸੀਂ ਦੇਖਿਆ ਹੋਣਾ ਕਿ ਨਵਾਂ ਬੂਟਾ ਜਦੋਂ ਖਿਲਦਾ ਹੈ, ਉਹਦੇ ਫੁੱਲ ਲੱਗਦੇ ਆ ਜਾਂ ਫਲ ਲੱਗਦੇ ਆ ਨਾ, ਇੱਕ ਅਜਿਹੀ ਖੁਸ਼ੀ ਹੁੰਦੀ ਜਿਹੜੀ ਸਾਨੂੰ ਕਿਸੇ ਹੋਰ ਚੀਜ਼ ਤੋਂ ਨਹੀਂ ਮਿਲਦੀ। ਸੋ ਅਜਿਹੀਆਂ ਖੁਸ਼ੀਆਂ ਲੱਭਣੀਆਂ ਨੇ ਨਾ, ਤਾਂ ਕੁਦਰਤ ਦੇ ਨੇੜੇ ਹੋਣਾ ਪੈਣਾ ਆ। ਸੋ ਇਦਾਂ ਦੇ ਕੰਮ ਅਸੀਂ ਵੀ ਕਰ ਸਕਦੇ ਹਾਂ, ਥੋੜ੍ਹਾ ਜਿਹਾ ਬਸ ਉਹਦੇ ਲਈ ਹੰਭਲਾ ਮਾਰਨ ਦੀ ਲੋੜ ਹੈ। ਫਿਰ ਕਹਿੰਦੇ ਆ ਨਾ ਕਿ ਉਦਮ ਅੱਗੇ ਲక్ష్ਮੀ ਤੇ ਪੱਖੇ ਅੱਗੇ ਪਾਉਣ। ਮੈਂ ਜਤਿੰਦਰ ਸਿੰਘ ਖਹਿਰਾ, ਕੈਮਰਾਮੈਨ ਅਭੀ ਦੇ ਨਾਲ, ਟੀਵੀ ਪੰਜਾਬ ਦੇ ਲਈ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਡੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਡੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।